हेलो ਤੁਸੀਂ ਸਤਵੰਤ ਕੌਰ ਜੀ ਬੋਲ ਰਹੇ ਹੋ? हाँ जी ਮੈਡਮ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣੀ ਸੀ। तुसी कौन बोल रहे हो? ਸਮਝ ਲਓ ਮੈਂ ਤੁਹਾਡਾ ਖੈਰ ਗਵਾਹ ਬੋਲ ਰਿਹਾ। दसो। ਤੁਹਾਨੂੰ ਪਤਾ ਕਿ ਤੁਹਾਡਾ ਹਸਬੈਂਡ ਅੱਧੀ ਅੱਧੀ ਰਾਤ ਨੂੰ ਕਿੱਥੇ ਮਸਤੀ ਮਾਰਦਾ ਰਹਿੰਦਾ? तुसी जरा तमीज ना गल करो, वो मेरे हस्बैंड ने। ਮੈਡਮ ਤੁਸੀਂ ਕਦੇ ਉਹਨਾਂ ਨੂੰ ਇਹ ਪੁੱਛਿਆ ਕਿ ਉਹ ਤੁਹਾਡੇ ਵਰਗੀਆਂ ਕਿੰਨੀਆਂ ਦਾ ਹਸਬੈਂਡ ਆ? तुसी कहना की चाहते हो? ਮੈਂ ਜੋ ਕਹਿਣਾ ਸੀ ਕਹਿਤਾ ਮੈਡਮ। ਓਕੇ ये सच भी हो सकता है, कौड़ा सच। शक तो मैनू कई दिनों तो है। ਧੀਏ ਤੂੰ ਐਵੇਂ ਪ੍ਰਾਹੁਣੇ ਤੇ ਸ਼ੱਕ ਕਰਦੀ ਏ। ਫਿਰ ਤੂੰ ਹੀ ਦੱਸ ਬੇਬੇ, ਅੱਧੀ ਰਾਤ ਨੂੰ ਨਸ਼ੇ 'ਚ ਧੁੱਤ ਹੋ ਕੇ ਘਰ ਆਉਣ ਦਾ ਕੀ ਮਤਲਬ ਆ? ਨਾਲੇ ਕਿਸੇ ਨੂੰ ਕੀ ਲੋੜ ਆ ਕਿ ਮੈਨੂੰ ਕੋਈ ਫਜ਼ੂਲ 'ਚ ਫੋਨ ਕਰੇ? ਧੀਏ ਬੰਦਿਆਂ ਦੀ ਆਪਸ ਵਿੱਚ 100 ਲਾਗ ਡਾਟ ਹੁੰਦੀ ਹੈ। ਨਾਲੇ ਤੈਨੂੰ ਤੇ ਪਤਾ ਹੀ ਹੈ ਅੱਜ ਕੱਲ ਕਿਸੇ ਦੀ ਤਰੱਕੀ ਨੂੰ ਵੇਖ ਕੇ ਕੌਣ ਜਰਦਾ ਹੈ। ਨਾਲੇ ਅਮੀਰ ਆਦਮੀਆਂ ਮਗਰ ਮਾੜੀਆਂ ਜਨਾਨੀਆਂ ਪਈ ਜਾਂਦੀਆਂ ਧੀਏ। ਇਸ ਗੱਲ ਨੂੰ ਇੰਨੀ ਤੂਲ ਦੇ ਕੇ ਆਪਣਾ ਘਰ ਨਾ ਵਿਗਾੜਨੀ ਕਮਲੀਏ। ਵੇਖ ਧੀਏ ਤੇਰੇ ਆਪਣੇ 2 ਬੱਚੇ ਨੇ, ਜੇ ਤੂੰ ਇਸ ਗੱਲ ਨੂੰ ਲੈ ਕੇ ਧਰਮਿੰਦਰ ਨਾਲ ਕੋਈ ਲੜਾਈ ਝਗੜਾ ਕਰਦੀ ਹੈ ਤਾਂ ਉਹ ਤੈਨੂੰ ਕੱਲ੍ਹ ਨੂੰ ਤਲਾਕ ਦੇ ਦੂੰ, ਫਿਰ ਕੀ ਕਰੇਂਗੀ ਤੂੰ? ਪੁੱਤ ਜੇ ਉਹਦਾ ਕੋਈ ਕਿਸੇ ਨਾਲ ਰਿਸ਼ਤਾ ਹੈ ਵੀ ਤਾਂ ਰਹਿਣ ਦੇ, ਤੂੰ ਉਹਦੇ ਨਾਲ ਲੜਾਈ ਝਗੜਾ ਨਾ ਕਰੀਂ। ਵੇਖ ਤੈਨੂੰ ਧਰਮਿੰਦਰ ਨੇ ਕਿਸੇ ਚੀਜ਼ ਦੀ ਕੋਈ ਤੰਗੀ ਤਾਂ ਨਹੀਂ ਆਉਣ ਦਿੱਤੀ ਨਾ? ਨਹੀਂ ਬਾਪੂ ਜੀ, ਉਹ ਤਾਂ ਮੇਰੀ ਛੋਟੀ ਤੋਂ ਛੋਟੀ ਡਿਮਾਂਡ ਨੂੰ ਮਿੰਟਾਂ 'ਚ ਪੂਰੀ ਕਰ ਦਿੰਦੇ ਆ। ਨਾਲੇ ਉਹ ਤਾਂ ਬੱਚਿਆਂ ਨੂੰ ਬਹੁਤ ਮੋਹ ਕਰਦੇ ਆ। ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਹਾਂ ਧੀਏ ਪਾ ਮਿੱਟੀ ਇਸ ਗੱਲ ਤੇ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਨਾ ਕਰੀ। ਹਾਂ ਜੇ ਤੈਨੂੰ ਹੁਣ ਫੇਰ ਫੋਨ ਆਵੇ ਤੂੰ ਕਹਿ ਦੀ ਕਿ ਤੈਨੂੰ ਧਰਮਿੰਦਰ ਬਾਰੇ ਪਹਿਲਾਂ ਸਭ ਕੁਝ ਪਤਾ ਹੈ, ਅੱਗੇ ਤੋਂ ਤੈਨੂੰ ਉਹ ਫੋਨ ਨਾ ਕਰੇ। हेलो ਕਿਉਂ ਸਤਵੰਤ ਕੌਰ ਜੀ, ਯਕੀਨ ਆਇਆ ਤੁਹਾਨੂੰ ਮੇਰੀ ਗੱਲ ਤੇ? देखो मिस्टर, मैं अपने हस्बैंड नू चंगी तरह जानती हाँ, ते आइंदा तुसी मैनू फोन करने की कोशिश नहीं करनी। ਉਹ ਮੈਂ ਤਾਂ ਇਹ ਵੀ ਜਾਣਦਾ ਕਿ ਤੁਹਾਡਾ ਹਸਬੈਂਡ ਕਿਸ ਔਰਤ ਨਾਲ ਕਿੱਥੇ ਹਮਬਿਸਤਰ ਹੁੰਦਾ। मेरे हस्बैंड इदां दे नहीं। ਜਦੋਂ ਦਾ ਉਹ NRI ਬਣਿਆ ਨਾ ਤਾਂ ਉਹ ਔਰਤਾਂ ਦਾ ਚਹੇਤਾ ਬਣ ਗਿਆ, ਕਿਉਂਕਿ NRI ਆਦਮੀ ਹਮੇਸ਼ਾ ਔਰਤਾਂ ਲਈ ਇੱਕ ਖਾਸ ਚੀਜ਼ ਹੁੰਦਾ, ਬਾਹਰ ਜਾਣ ਦਾ ਝਾਂਸਾ ਹੁੰਦਾ ਨਾ, ਇਸ ਲਈ ਤੇ ਇਸ ਝਾਂਸੇ ਦੇ ਵਿੱਚ ਤੇਰੇ ਪਤੀ ਨੂੰ ਕੁਝ ਵੀ ਆਫਰ ਕਰ ਦਿੰਦੀਆਂ ਨੇ। तुसी अपनी बकवास बंद करोगे? मैनू तुहाडीआं गल्लां ते बिल्कुल भी यकीन नहीं। ਯਕੀਨ ਵੀ ਆ ਜਾਊਗਾ। ਤੁਸੀਂ ਹੁਣੇ ਹੋਟਲ ਦੇ ਵਿੱਚ ਕਮਰਾ ਨੰਬਰ 3 ਦੇ ਵਿੱਚ ਜਾ ਕੇ ਉਹਨਾਂ ਨੂੰ ਵੇਖ ਸਕਦੇ ਆ। ਅੱਖੀਂ ਵੇਖੋਗੇ ਨਾ ਯਕੀਨ ਆ ਜਾਊਗਾ। ਤੂੰ कौन है अंदर? हट पीछे। एक ही बदतमीजी है, किसी दे प्राइवेट रूम च इस तरह दाखिल होने दा तेनू की हक है? ते तेनू की हक सी कि मेरी प्राइवेट लाइफ च तू दखल देवे? कौन है ये? ਇਹ ਮੀਨਾਕਸ਼ੀ ਹੈ। ਮੀਨਾਕਸ਼ੀ ਮੇਰੀ ਜਿੰਦ, ਮੇਰੀ ਜਾਨ ਤੇ ਮੇਰਾ ਜਿਗਰ, ਤੇ ਤੈਨੂੰ ਤਲਾਕ ਦੇ ਕੇ ਮੈਂ ਇਸ ਨਾਲ ਵਿਆਹ ਕਰਵਾ ਰਿਹਾ। ते मेरा की कसूर सी? ਕਸੂਰ? ਉਹ ਪਹਿਲਾਂ ਜਾ ਕੇ ਸ਼ੀਸ਼ੇ 'ਚ ਆਪਣੀ ਸ਼ਕਲ ਵੇਖ, ਫਿਰ ਇਸ ਨਾਲ ਆਪਣੇ ਆਪ ਨੂੰ ਕੰਪੇਅਰ ਕਰੀ। शीशा तो तुसी मैनू दिखा चुके हो, ते उस शीशे विच तुसी मैनू दुनिया दी सब तो बदसूरत औरत बना दिता। ते एक शीशा तुसी मैनू ब्याह तो फौरन बाद दिखाया सी, जिस विच मैं दुनिया दी सब तो बद खूबसूरत औरत सी। ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਸੱਤੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੂੰ ਮੈਨੂੰ ਮਿਲੀ ਹੈ। ਸੱਤੀ ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ ਜਨਮ 'ਚ ਜ਼ਰੂਰ ਕੋਈ ਮੋਤੀ ਦਾਨ ਕੀਤੇ ਹੋਣੇ, ਤਾਂ ਹੀ ਤਾਂ ਤੂੰ ਮਿਲੀ ਹੈ। ਮੋਤੀ ਤਾਂ ਸ਼ਾਇਦ ਮੈਂ ਦਾਨ ਕੀਤੇ ਹੋਣਗੇ ਜੋ ਤੁਹਾਡੇ ਵਰਗੇ ਹਸਬੈਂਡ ਮੈਨੂੰ ਮਿਲੇ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਅਸੀਂ ਦੋਹਾਂ ਨੇ ਹੀ ਕੋਈ ਮੋਤੀ ਦਾਨ ਕੀਤੇ ਹੋਣੇ। ਸੱਚੀ ਸੱਤੀ, ਆਈ ਲਵ ਯੂ ਸੱਤੀ, ਆਈ ਲਵ ਯੂ। ਆਈ ਲਵ ਯੂ ਟੂ। मैनू नहीं सी पता कि तुसी इन्नी छेती क्रिकेट की तरह रंग बदलोगे, ते मैनू
एक बाजारू औरत ना कंपेयर करोगे? ਜੇ ਰੋਣਾ ਹੈ ਨਾ ਤਾਂ ਘਰੇ ਜਾ ਕੇ ਰੋ, ਇੱਥੇ ਰੋ ਕੇ ਸਾਡਾ ਟਾਈਮ ਨਾ ਵੇਸਟ ਕਰ। ਚੱਲ ਇੱਥੋਂ। ਤੇ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ, ਮੈਂ ਮਰ ਜੂੰਗੀ ਪਰ ਆਪਣੇ ਜਿਉਂਦਿਆਂ ਜੀ ਤਲਾਕ ਨਹੀਂ ਹੋਣ ਦਿੰਦੀ। ਮੈਂ ਕਿਹਾ ਸ਼ਟ ਅਪ, ਚੱਲ ਇੱਥੋਂ, ਗੈਟ ਆਊਟ। ਸੌਰੀ ਯਾਰ, ਚੱਲ ਛੱਡ। ਪਤਾ ਨਹੀਂ ਕਿੱਥੋਂ ਕਬਾਬ 'ਚ ਹੱਡੀ ਆ ਗਈ ਸੀ। बस करती है, सब्र कर। ਚੁੱਪ ਕਰ ਜਾ ਬਸ। ਉਹ ਇਹਦੇ ਵਿੱਚ ਤੇਰਾ ਕੀ ਕਸੂਰ ਹੈ? ਤੂੰ ਐਵੇਂ ਕਿ ਰੋਈ ਜਾਂਦੀ ਹੈ? ਹੈ ਚੁੱਪ ਕਰ ਜਾ। ਰੋਵਾਂਗਾ ਤਾਂ ਮੈਂ ਹੁਣ ਉਸ ਨੂੰ ਥਾਂ ਥਾਂ ਜਾ ਕੇ ਉਹਦੀ ਬਦਨਾਮੀ ਕਰਾਂਗਾ, ਉਹਦੇ ਰਿਸ਼ਤੇਦਾਰ ਇਕੱਠੇ ਕਰਕੇ ਉਹਨੂੰ ਲਾਹਨਤਾਂ ਪਾਵਾਂਗਾ ਮੈਂ, ਤੇ ਪਿੰਡ ਦੇ ਲੋਕਾਂ ਦਾ ਇਕੱਠ ਕਰਕੇ ਮੈਂ ਇਹਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹਨੂੰ ਆਪਣੀ ਕੀਤੀ ਗਲਤੀ ਤੇ ਪਛਤਾਵਾ ਹੋਵੇਗਾ। ਇਹ ਮੇਰਾ ਵਾਅਦਾ ਹੈ ਤੇਰੇ ਨਾਲ। ਤੈਨੂੰ ਭਰੋਸਾ ਹੈ ਨਾ ਆਪਣੇ ਬਾਪੂ ਤੇ? ਬਸ ਚੁੱਪ ਕਰ ਜਾ, ਫਿਰ ਚੁੱਪ ਕਰ ਜਾ, ਹੁਣ ਨਹੀਂ ਰੋਣਾ। ਮੈਂ ਕੱਲ ਹੀ ਇਕੱਠ ਕਰਦਾ ਉਹਦੇ ਨਾਲ ਗੱਲ। ਮੈਂ ਵਿਆਹ ਤੋਂ ਬਾਅਦ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਅਦਾ ਕਰਦੀ ਸੀ ਕਿ ਉਹਨੇ ਪਤੀ ਦੇ ਰੂਪ ਵਿੱਚ ਮੈਨੂੰ ਧਰਮਿੰਦਰ ਵਰਗੇ ਪਤੀ ਦੇ ਲੜ ਲਾਇਆ। ਵਿਆਹ ਤੋਂ ਬਾਅਦ 3 ਸਾਲ ਕਿਵੇਂ ਲੰਘ ਗਏ ਮੈਨੂੰ ਕੁਝ ਵੀ ਪਤਾ ਨਹੀਂ ਚੱਲਿਆ। ਇਹ ਮੇਰੀ ਹਰ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਇੱਛਾ ਪੂਰੀ ਕਰਦੇ। ਜਦੋਂ ਮੇਰੇ ਘਰ ਬੇਟੀ ਨੇ ਜਨਮ ਲਿਆ ਤੇ ਮੈਂ ਬਹੁਤ ਉਦਾਸ ਹੋ ਗਈ, ਪਰ ਇਹਨਾਂ ਨੇ ਮੈਨੂੰ ਕੁਝ ਵੀ ਫੀਲ ਨਹੀਂ ਹੋਣ ਦਿੱਤਾ। ਇਹਨਾਂ ਨੇ ਬੇਟੀ ਦੇ ਸਾਰੇ ਕਾਰ ਵਿਹਾਰ ਬੜੀ ਖੁਸ਼ੀ ਨਾਲ ਕੀਤੇ। ਪਰ ਜਦੋਂ ਅਮਰੀਕਾ ਤੋਂ ਵਾਪਸ ਆਏ ਤਾਂ ਕੁਝ ਬਦਲੇ ਰਹਿਣ ਲੱਗੇ। ਹਰ ਰੋਜ਼ ਘਰ ਸ਼ਰਾਬ ਪੀ ਕੇ ਆਉਣਾ, ਜੇ ਮੈਂ ਕੁਝ ਪੁੱਛਣਾ ਤਾਂ ਕਹਿਣਾ ਕਿ ਬੰਦੇ ਦਾ ਬਾਹਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ, ਉਹਨਾਂ ਨੂੰ ਖੁਸ਼ ਰੱਖਣ ਲਈ ਕਦੇ ਕਦੇ ਸ਼ਰਾਬ ਵੀ ਪੀਣੀ ਪੈਂਦੀ ਹੈ। ਤੂੰ ਮੇਰੇ ਤੇ ਐਵੇਂ ਸ਼ੱਕ ਨਾ ਕਰਿਆ ਕਰ, ਮੇਰੇ ਤੇ ਪੂਰਾ ਯਕੀਨ ਰੱਖ। ਤੂੰ ਮੇਰੇ ਦਿਲ ਦੀ ਰਾਣੀ ਹੈ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਮੈਂ ਇਹਨਾਂ ਤੇ ਪੂਰਾ ਯਕੀਨ ਕਰਨ ਲੱਗੀ, ਪਰ ਮੇਰਾ ਇਹ ਯਕੀਨ ਉਦੋਂ ਤਾਰ-ਤਾਰ ਹੋ ਗਿਆ ਜਿੱਦਣ ਇਹਨਾਂ ਨੂੰ ਮੈਂ ਰੰਗੇ ਹੱਥੀਂ ਫੜਿਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਵਿਆਹ ਤੋਂ 6 ਸਾਲ ਬਾਅਦ ਵੀ ਜਿਸ ਔਰਤ ਨੂੰ ਇਹ ਸਭ ਤੋਂ ਵੱਧ ਖੂਬਸੂਰਤ ਔਰਤ ਮੰਨਦੇ ਸੀ, ਉਹਨੂੰ ਛੱਡ ਕੇ ਕਿਸੇ ਹੋਰ ਔਰਤ ਨੂੰ ਆਪਣੇ ਲੜ ਕਿਉਂ ਲਾਉਣਾ ਚਾਹੁੰਦੇ ਆ? ਮੈਂ ਬੜੀ ਪੰਚਾਇਤ ਤੋਂ ਇਸ ਗੱਲ ਦਾ ਜਵਾਬ ਚਾਹੁੰਦੀ ਹਾਂ। ਹਾਂਜੀ ਧਰਮਿੰਦਰ ਬੇਟਾ, ਤੂੰ ਕੀ ਕਹਿਣਾ ਚਾਹੁੰਦਾ ਪੰਚਾਇਤ ਵਿੱਚ? ਮੈਂ ਆਪਣੇ ਕੀਤੇ ਤੇ ਇੰਨਾ ਸ਼ਰਮਿੰਦਾ ਕਿ ਮੇਰੇ ਕੋਲ ਮਾਫੀ ਮੰਗਣ ਲਈ 2 ਲਫ਼ਜ਼ ਵੀ ਨਹੀਂ। ਪਿਛਲੇ ਹਫਤੇ ਤੋਂ ਮੈਂ ਆਪਣੇ ਆਪ ਨੂੰ ਗਾਲਾਂ ਕੱਢ ਰਿਹਾ, ਲਾਂਤਾਂ ਦੇ ਰਿਹਾ। ਮੇਰਾ ਦਿਲ ਮੈਨੂੰ ਬਾਰ-ਬਾਰ ਕੋਸਦਾ ਹੈ ਕਿ ਮੈਂ ਇਸ ਦੇਵੀ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਹੈ। ਇਸ ਦੇਵੀ ਨੇ ਹਮੇਸ਼ਾ ਮੇਰੀ ਝੋਲੀ ਪਿਆਰ ਨਾਲ ਭਰੀ ਹੈ, ਤੇ ਉਸ ਦੇ ਬਦਲੇ ਵਿੱਚ ਮੈਂ ਇਹਨੂੰ ਕੀ ਦਿੱਤਾ? ਹੌਂਕੇ ਤੇ ਹੰਝੂ। ਕਈ ਵਾਰ ਮੈਂ ਸੁਸਾਈਡ ਕਰਨ ਦੀ ਵੀ ਸੋਚੀ। ਫਿਰ ਮੈਨੂੰ ਖਿਆਲ ਆਇਆ ਕਿ ਮੇਰੇ ਬਾਅਦ ਮੇਰੇ ਬੱਚਿਆਂ ਦਾ ਕੀ ਹੋਏਗਾ, ਮੇਰੀ ਸੰਤੋ ਦਾ ਕੀ ਹੋਏਗਾ। ਬਸ ਮੇਰੇ ਫਰਜ਼ਾਂ ਨੇ ਮੇਰੀ ਰਾਹ ਰੋਕ ਲਈ। ਮੈਂ ਤੁਹਾਡਾ ਸਾਰਿਆਂ ਦਾ ਗੁਨਾਹਗਾਰ ਹਾਂ, ਮੁਜਰਮ ਹਾਂ। ਤੁਸੀਂ ਜੋ ਚਾਹੋ ਮੈਨੂੰ ਸਜ਼ਾ ਦੇ ਸਕਦੇ ਹੋ। ਪੁੱਤਰਾ, ਜਵਾਈ ਤਾਂ ਕੁਲ ਦੀ ਸ਼ਾਨ ਹੁੰਦੇ ਨੇ, ਉਹਨਾਂ ਦੀ ਜਗ੍ਹਾ ਪੈਰਾਂ 'ਚ ਨਹੀਂ ਸਿਰ ਤੇ ਹੁੰਦੀ ਹੈ। ਤੂੰ ਆਪਣੀ ਗਲਤੀ ਮੰਨ ਲਈ ਹੈ ਨਾ, ਆਪਣੀ ਗਲਤੀ ਮੰਨ ਲੈਣਾ ਸਭ ਤੋਂ ਵੱਡਾ ਪਛਤਾਵਾ ਹੁੰਦਾ ਹੈ। ਹਜੇ ਉਸ ਦੇਵੀ ਨੇ ਮੈਨੂੰ ਮਾਫ ਨਹੀਂ ਕੀਤਾ ਜਿਸ ਤੇ ਮੈਂ ਸਭ ਤੋਂ ਜ਼ਿਆਦਾ ਜ਼ਿਆਦਤੀਆਂ ਕੀਤੀਆਂ। ਸੰਤੋ, ਮੈਂ ਕਿਹੜੇ ਮੂੰਹ ਨਾਲ ਤੇਰੇ ਤੋਂ ਮਾਫੀ ਮੰਗਾ? ਮੇਰੇ ਕੋਲੋਂ ਜਿਹੜੀ ਭੁੱਲ ਹੋਈ ਹੈ ਉਸ ਲਈ ਤੂੰ ਮੈਨੂੰ ਵੱਡੀ ਤੋਂ ਵੱਡੀ ਸਜ਼ਾ ਦੇ ਸਕਦੀ ਹੈ। ਪਰ ਸੱਚ ਦੱਸਾਂ, ਮੈਨੂੰ ਲੱਗਦਾ ਹੈ ਕਿ ਮੀਨਾਕਸ਼ੀ ਨੇ ਕਿਸੇ ਸਿਆਣੇ ਤੋਂ ਮੇਰੇ ਉੱਤੇ ਜਾਦੂ ਟੋਨਾ ਕਰਵਾਇਆ ਸੀ। ਇਸ ਲਈ ਤਾਂ ਮੈਂ ਆਪਣਾ ਚੰਗਾ ਮੰਦਾ ਭੁੱਲ ਕੇ ਉਹਦੇ ਮਗਰ ਲੱਗਿਆ ਰਿਹਾ। ਮੈਨੂੰ ਮਾਫ ਕਰ ਦੇ ਸੰਤੋ, ਮੈਨੂੰ ਮਾਫ ਕਰ ਦੇ ਸੰਤੋ, ਮੈਨੂੰ ਮਾਫ ਕਰ ਦੇ। ਤੁਸੀਂ ਇਦਾਂ ਨਾ ਕਹੋ। ਤੁਸੀਂ ਕਿਉਂ ਮੇਰੇ ਤੇ ਭਾਰ ਚੜਾਉਂਦੇ ਹੋ? ਜੇ ਸਵੇਰ ਦਾ ਭੁੱਲਿਆ ਬੰਦਾ ਸ਼ਾਮ ਨੂੰ ਘਰ ਵਾਪਸ ਆ ਜਾਏ
ਤਾਂ ਭੁੱਲਿਆ ਨਹੀਂ ਕਹਾਉਂਦਾ। ਸੰਤੋ ਡਾਰਲਿੰਗ, ਕਿੱਥੇ ਜਾਣ ਦੀ ਤਿਆਰੀ ਹੈ? ਕਿਸੇ ਤੇ ਆਉਣ ਦੀ ਤਿਆਰੀ ਹੈ ਕਿਦੇ? ਜਿਹੜਾ ਆ ਚੁੱਕਿਆ। ਪਰ ਪਹਿਲਾਂ ਤਾਂ ਕਦੇ ਬੰਦੇ ਸਵਰਦੇ ਇਸ ਤਰ੍ਹਾਂ ਨਹੀਂ ਦੇਖਿਆ। ਤਾਈਆਂ ਤੋਂ ਤੁਹਾਨੂੰ ਗਵਾ ਚੁੱਕੀ ਸੀ। ਡਾਰਲਿੰਗ, ਇਹਦਾ ਮਤਲਬ ਹੈ ਤੁਸੀਂ ਮੈਨੂੰ ਹਜੇ ਤੱਕ ਮਾਫ ਨਹੀਂ ਕੀਤਾ। ਓਹੋ, ਤੁਸੀਂ ਮੇਰਾ ਮਾਣ ਹੋ, ਇੱਜ਼ਤ ਹੋ, ਮੇਰੇ ਸਰਤਾਜ ਹੋ, ਤੁਸੀਂ ਮੇਰਾ ਬਸ 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 ਬਸ, ਇਸ ਨਿਮਾਣੇ ਨੂੰ ਇੰਨਾ ਮਾਨ ਨਾ ਬਖਸ਼ੋ ਤੇ ਥੋੜੀ ਦੇਰ ਲਈ ਅੱਖਾਂ ਬੰਦ ਕਰੋ। ਓ ਕਿਉਂ? ਕਰੋ ਤਾਂ ਸਹੀ। ਓਕੇ। ਆ ਲਓ ਇਹ ਕੀ? ਚਾਬੀ। ਇਹ ਚਾਬੀਆਂ ਕਾਹਦੀਆਂ ਨੇ? ਤੁਹਾਡੇ ਲਈ ਇੱਕ ਕਾਰ ਲੈ ਕੇ ਆਇਆ। ਪਰ ਕਾਰ ਤਾਂ ਮੈਨੂੰ ਚਲਾਣੀ ਨਹੀਂ ਆਉਂਦੀ। ਤਾਂ ਕੀ ਹੋਇਆ? ਤੁਹਾਡਾ ਇਹ ਡਰਾਈਵਰ ਜੋ ਹੈ ਤੇ ਤੁਹਾਡੇ ਇਸ ਡਰਾਈਵਰ ਨੇ ਪ੍ਰੋਗਰਾਮ ਬਣਾਇਆ ਹੈ ਕਿ 2-3 ਦਿਨ ਵਾਸਤੇ ਤੁਹਾਨੂੰ ਕਿੱਥੇ ਘੁਮਾ ਕੇ ਲੈ ਕੇ ਆਇਆ ਜਾਵੇ ਤਾਂ ਕਿ ਤੁਹਾਡੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣ ਤੇ ਬੱਚਿਆਂ ਨੂੰ ਤੁਹਾਡੇ ਮਾਪਿਓ ਦੇ ਘਰੇ ਛੱਡ ਦਾਂਗੇ। ਓਕੇ? ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੀਏ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਬੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਪੂ ਜੀ। ਓਏ ਆ ਜਾਂਦੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ? ਹਾਂਜੀ। ਬਾਪੂ ਜੀ ਲੋ, ਮੂੰਹ ਮਿੱਠਾ ਕਰੋ। ਕਿਸ ਖੁਸ਼ੀ ਚ ਪੁੱਤਰ? ਤੁਹਾਡੀ ਧੀ ਨੇ ਕਾਰ ਲਿੱਤੀ ਹੈ। ਮੈਂ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਰੱਬ ਤੁਹਾਨੂੰ ਹੋਰ ਰੰਗ ਭਾਗ ਲਾਈ ਰੱਖੇ। ਬੇਬੇ ਜੀ, ਅਸੀਂ ਤਾਂ ਤੁਹਾਨੂੰ ਇੱਕ ਖੇਚਲ ਦੇਣ ਆਏ ਆ। ਅਸੀਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਣਾ ਹੈ। ਸੋਚਿਆ ਬੱਚਿਆਂ ਨੂੰ ਤੁਹਾਡੇ ਕੋਲ ਛੱਡ ਜੀਏ। ਇਹਦੇ ਵਿੱਚ ਭਲਾ ਖੇਚਲ ਵਾਲੀ ਕਿਹੜੀ ਗੱਲ ਹੈ? ਇਹ ਸਗੋਂ ਸਾਡਾ ਤਾਂ ਦਿਲ ਲੱਗਿਆ ਰਹੂ। ਚੰਗਾ ਫਿਰ ਅਸੀਂ ਚੱਲਦੇ ਹਾਂ। ਹੋ ਸਕਦਾ ਸਾਨੂੰ 2-3 ਦਿਨ ਲੱਗ ਜਾਣ। ਪੁੱਤਰ ਕੁਝ ਖਾ ਪੀ ਤਾਂ ਜਾਂਦੇ। ਅੱਗੇ ਵੀ ਤਾਂ ਤੁਹਾਡਾ ਹੀ ਦਿੱਤਾ ਖਾਂਦੇ ਬੇਬੇ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚਲੋ ਬੇਟਾ, ਮੰਮੀ ਪਾਪਾ ਨੂੰ ਬਾਏ ਕਰੋ। ਬਾਏ ਬੇਟਾ। ਬਾਏ। ਸਾਹਮਣੇ ਬਾਬਾ ਜੀ ਦੀ ਮਜ਼ਾਰ ਹੈ, ਅਸੀਂ ਉੱਥੇ ਮੱਥਾ ਟੇਕਣ ਜਾਣਾ ਹੈ। ਉਹ ਕਿਉਂ ਜੀ? ਜਦੋਂ ਸਾਡੇ ਰਿਲੇਸ਼ਨਸ ਖਰਾਬ ਹੋਏ ਸੀ ਤਾਂ ਮੈਂ ਸੁਖਣਾ ਸੁੱਖੀ ਸੀ ਕਿ ਜਦ ਵੀ ਸਾਡੇ ਰਿਲੇਸ਼ਨਸ ਠੀਕ ਹੋਣਗੇ ਤਾਂ ਅਸੀਂ ਬਾਬਾ ਜੀ ਦੀ ਮਜ਼ਾਰ ਤੇ ਮੱਥਾ ਟੇਕਣ ਜਾਵਾਂਗੇ। ਕੋਈ ਗੱਲ ਨਹੀਂ ਜੀ, ਆਪਾਂ ਕੱਲ ਨੂੰ ਮੱਥਾ ਟੇਕ ਆਵਾਂਗੇ। ਉਹ ਨਹੀਂ ਸੰਤੀਏ, ਇਹ ਪੀਰ ਫਕੀਰ ਅਗਰ ਵਿਗੜ ਜਾਣ ਤਾਂ ਬਹੁਤ ਨੁਕਸਾਨ ਕਰਦੇ ਨੇ। ਸਾਨੂੰ ਅੱਜ ਹੀ ਮੱਥਾ ਟੇਕਣ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਇੰਨਾ ਹੀ ਵਹਿਮ ਆ ਤੇ ਆਪਾਂ ਹੁਣੇ ਚੱਲਦੇ ਹਾਂ। ਹਾਂ ਚਲੋ। ਚਲੋ। ਗੱਡੀ ਚੰਗੀ ਤਰ੍ਹਾਂ ਲੌਕ ਕਰਿਆ ਸੀ? ਮੈਡਮ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ? ਗੱਡੀ ਚੰਗੀ ਤਰ੍ਹਾਂ ਲੌਕ ਕਰਤੀ ਸੀ। ਤੁਸੀਂ ਚਲੋ। ਮੈਂ ਤਾਂ ਥੱਕ ਗਈ। ਕੀ ਦੇਖ ਰਹੇ ਹੋ ਜੀ? ਅੱਜ ਮੈਨੂੰ ਜੀ ਭਰ ਕੇ ਦੇਖ ਲੈਣ। ਕੱਲ ਦਾ ਕੀ ਭਰੋਸਾ। ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ? ਸੰਤੋ, ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੇਰਾ ਜੀ ਕਰਦਾ ਹੈ ਕਿਸੇ ਹਾਲ 'ਚ ਮੇਰੀ ਜਾਨ ਨਿਕਲ ਜਾਏ। ਰੱਬ ਕਰੇ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਏ। ਇਸ ਦਾ ਮਤਲਬ ਤੂੰ ਮੇਰੇ ਤੋਂ ਪਹਿਲਾਂ ਜਾਏਂਗੀ? ਮੇਰੀ ਜ਼ਿੰਦਗੀ ਵੀ ਤੁਹਾਡੀ ਹੈ ਤੇ ਜਾਨ ਵੀ। ਇਸ ਦਾ ਮਤਲਬ ਤੇਰੀ ਜਾਨ ਤੇ ਮੇਰਾ ਪੂਰਾ ਹੱਕ ਹੈ? ਪੂਰਾ। ਮੇਰੀ ਜਾਨ ਤੇ ਜਾਂ ਤੁਹਾਡਾ ਹੱਕ ਹੈ ਜਾਂ ਉਸ ਰੱਬ ਦਾ। ਜੇ ਤੇਰੀ ਜਾਨ ਤੇ ਮੇਰਾ ਪੂਰਾ ਹੱਕ ਹੈ ਤੇ ਫਿਰ ਲੈ ਲਈ ਤੇਰੀ ਜਾਨ। ਰਮੇਸ਼ ਜੀ, ਮੈਂ ਪੁਲਿਸ ਨੂੰ ਫੋਨ ਕਰਤਾ, ਆਉਂਦੇ ਹੀ ਹੋਣੇ ਆ। ਲਓ ਥਾਣੇਦਾਰ ਸਾਹਿਬ ਆ ਹੀ ਗਏ।
ਜੀ ਮੈਂ ਰਮੇਸ਼, ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਇੰਪਲਾਈ ਹਾਂ ਜੀ। ਕੱਲ ਦੇਰ ਰਾਤੀ ਜਦ ਮੈਂ ਤੇ ਮੇਰੇ ਸਾਥੀ ਡਿਊਟੀ ਖਤਮ ਕਰਕੇ ਜਾ ਰਹੇ ਸੀ ਤੇ ਅਸੀਂ ਨਹਿਰ 'ਚ ਦੇਖਿਆ ਇੱਕ ਔਰਤ ਡੁੱਬ ਰਹੀ ਸੀ ਜੋ ਬਚਾਓ ਬਚਾਓ ਚਿਲਾ ਰਹੀ ਸੀ। ਮੇਰੇ ਕੋਲ ਮੋਬਾਈਲ ਸੀ, ਮੈਂ ਹੈੱਡ ਤੇ ਫ਼ੋਨ ਕੀਤਾ ਕਿ ਜਾਲੀ ਪਾ ਕੇ ਉਸ ਨੂੰ ਰੋੜੋਂ ਤੋਂ ਬਚਾਇਆ ਜਾ ਸਕੇ ਤੇ ਮੇਰੇ ਸਾਥੀਆਂ ਨੇ ਉਸ ਨੂੰ ਰੱਸੇ ਰਾਹੀਂ ਬਾਹਰ ਕੱਢ ਲਿਆ। ਜਦੋਂ ਅਸੀਂ ਉਸ ਨੂੰ ਨਹਿਰ ਵਿੱਚੋਂ ਕੱਢਿਆ ਤਾਂ ਉਹ ਡਰੀ ਹੋਈ ਸੀ। ਉਸਨੇ ਦੱਸਿਆ ਕਿ ਉਸਦੇ ਹਸਬੈਂਡ ਨੇ ਉਸ ਨੂੰ ਨਹਿਰ ਵਿੱਚ ਸਿੱਟਿਆ। ਮੈਂ ਸਰਪੰਚ ਸਾਹਿਬ ਨੂੰ ਇਤਲਾਹ ਕੀਤਾ। ਸਰਪੰਚ ਸਾਹਿਬ ਉਸ ਨੂੰ ਆਪਣੇ ਇੱਥੇ ਘਰ ਲਿਆਏ ਤੇ ਉਹਨਾਂ ਨੇ ਡਾਕਟਰ ਨੂੰ ਇਤਲਾਹ ਕੀਤਾ। ਡਾਕਟਰ ਸਾਹਿਬ ਨੇ ਉਹਨਾਂ ਨੂੰ ਨੀਂਦ ਦਾ ਇੰਜੈਕਸ਼ਨ ਲਾ ਦਿੱਤਾ। ਹੁਣ ਉਹ ਸੁੱਤੀ ਪਈ ਅੰਦਰ। ਮੈਂ ਦੇਖਦਾ ਚੱਲ ਕੇ ਜੀ, ਸ਼ਾਇਦ ਜਾਗ ਪਈ ਹੋਵੇ। ਆਪ ਤੁਸੀਂ ਦੇਖੋਗੇ। ਇਸ ਔਰਤ ਨੇ ਆਪਣੇ ਪਤੀ ਦਾ ਕੀ ਨਾਮ ਜੀ? ਉਹ ਧਰਮਿੰਦਰ ਨਾਮ ਦੱਸਿਆ ਸੀਗਾ ਤੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਉਹ। ਆ ਗਈ ਜਨਾਬ। ਅੱਛਾ ਹਾਂ ਬੀਬਾ, ਕੀ ਹੋਇਆ ਤੁਹਾਡੇ ਨਾਲ? पर मैं हूँ उस बंदे को सब दिखा के रवांगी। ਜੀ ਦੱਸੋ, ਤੁਹਾਡੀ ਵਾਈਫ ਕਿੱਥੇ ਹੈ? ਅਸੀਂ ਅੰਦਰ ਬੈਠ ਕੇ ਗੱਲ ਕਰਦੇ ਹਾਂ। ਅਸੀਂ ਅੰਦਰ ਬੈਠ ਕੇ ਗੱਲ ਕਰਨੀ ਆਏ, ਅਸੀਂ ਤਫਤੀਸ਼ ਕਰਨ ਆਏ ਹੋਏ ਹਾਂ। ਜੀ ਮੈਂ ਤੇ ਮੇਰੀ ਵਾਈਫ ਕੀਰਤਪੁਰ ਸਾਹਿਬ ਦਰਸ਼ਨ ਲਈ ਗਏ ਸੀ ਤੇ ਕੀਰਤਪੁਰ ਸਾਹਿਬ ਕੋਲ ਹੀ ਉਹ ਕਿਤੇ ਗਾਇਬ ਹੋ ਗਈ। ਮੈਂ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ ਹੁਸ਼ਿਆਰਪੁਰ ਥਾਣੇ 'ਚ। ਤੁਸੀਂ ਰਿਪੋਰਟ ਕੀਰਤਪੁਰ ਸਾਹਿਬ ਕਿਉਂ ਨਹੀਂ ਲਿਖਾਈ? ਜੀ ਵਾਈਫ ਤੇ ਗੁੰਮ ਹੋ ਜਾਣ ਤੇ ਮੈਂ ਬਹੁਤ ਜ਼ਿਆਦਾ ਕਨਫਿਊਜ਼ ਹੋ ਗਿਆ ਸੀ। ਮੇਰੇ ਦਿਮਾਗ 'ਚ ਕੁਝ ਨਹੀਂ ਆਇਆ ਮੈਂ ਕੀ ਕਰਾਂ। ਤੇਰੀ ਵਾਈਫ ਦੀ ਲਾਸ਼ ਉੱਥੋਂ ਨੇੜੇ ਨਹਿਰ ਦੇ ਵਿੱਚੋਂ ਮਿਲੀ ਹੈ। ਵਾਈਫ ਦੀ ਲਾਸ਼? ਧਰਮਿੰਦਰ ਸਾਹਿਬ, ਮਜ਼ੇਦਾਰ ਗੱਲ ਇਹ ਹੈ ਕਿ ਇਹ ਲਾਸ਼ ਬੋਲਦੀ ਵੀ ਹੈ ਤੇ ਚੱਲਦੀ ਵੀ ਹੈ। ਕੀ ਮਤਲਬ? ਮਤਲਬ ਸਮਝਾਉਂਦੇ ਆ ਤੈਨੂੰ ਹੁਣੇ। ਜਾ ਓਏ, ਜਾ ਕੇ ਲਾਸ਼ ਲੈ ਕੇ ਆ। ਤੇ ਤੂੰ ਕਿਉਂ? ਮੈਨੂੰ ਜਿਉਂਦਿਆਂ ਦੇਖ ਕੇ ਹੈਰਾਨੀ ਹੋ ਰਹੀ ਹੈ ਨਾ ਤੈਨੂੰ? ਪਰ ਯਾਦ ਰੱਖ, ਮਾਰਨ ਵਾਲੇ ਤੋਂ ਬਚਾਉਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ। ਪਰ ਤੈਨੂੰ ਹੁਣ ਕੋਈ ਨਹੀਂ ਬਚਾ ਸਕਦਾ। ਮੈਂ ਸੋਚਦੀ ਸੀ ਕਿ ਤੂੰ ਸੁਧਰ ਗਿਆ ਹੋਵੇਗਾ, ਤੈਨੂੰ ਆਪਣੀਆਂ ਕੀਤੀਆਂ ਭੁੱਲਾਂ ਲਈ ਪਛਤਾਵਾ ਹੋ ਰਿਹਾ ਹੋਵੇਗਾ। ਪਰ ਤੂੰ, ਮੈਂ ਨਹੀਂ ਸੀ ਜਾਣਦੀ ਕਿ ਤੂੰ ਇੱਕ ਗਿਰਗਟ ਹੈ ਤੇ ਇੱਕ ਤੋਂ ਬਾਅਦ ਇੱਕ ਰੰਗ ਬਦਲੇਗਾ। ਫੜੋ ਇਹਨੂੰ, ਲੈ ਕੇ ਚਲੋ ਗੱਡੀ 'ਚ। ਮਨੁੱਖ ਦੀਆਂ ਅਯਾਸ਼ੀਆਂ ਕਈ ਵਾਰ ਉਸ ਨੂੰ ਇੰਨੀ ਦੂਰ ਲੈ ਜਾਂਦੀਆਂ ਨੇ ਜਿੱਥੇ ਖੜ ਕੇ ਉਹ ਸੋਚਦਾ ਕਿ ਉਸ ਨੂੰ ਕੋਈ ਨਹੀਂ ਵੇਖਦਾ, ਪਰ ਉਹ ਇਹ ਭੁੱਲ ਜਾਂਦਾ ਕਿ ਉਸ ਲਈ ਵਾਪਸੀ ਦਾ ਪੈਂਡਾ ਵੀ ਓਨਾ ਦੂਰ ਹੀ ਹੋ ਗਿਆ ਹੈ। ਇਸੇ ਤਰ੍ਹਾਂ ਧਰਮਿੰਦਰ ਵੀ ਵਾਪਸ ਨਹੀਂ ਆ ਸਕਿਆ ਤੇ ਉਹ ਗਿਰਗਿਟ ਵਾਂਗ ਰੰਗ ਬਦਲਦਾ ਰਿਹਾ ਤੇ ਇਸੇ ਦਾ ਖਮਿਆਜਾ ਭੁਗਤਣ ਲਈ ਉਹ ਅੱਜ ਪਹੁੰਚ ਗਿਆ ਪੂਰੀ ਉਮਰ ਲਈ ਪਟਿਆਲਾ ਜੇਲ੍ਹ ਦੀਆਂ ਸਲਾਖਾਂ ਪਿੱਛੇ।